ਲੜੀਵਾਰ ਆਪਾਂ ਇਤਿਹਾਸ ਮਾਲਕ ਜੀ ਦਾ ਵਿਚਾਰ ਰਹੇ ਹਾਂ। ਜਿਹੜਾ ਜਿਹੜਾ ਸਿੱਖ ਆਇਆ, ਜਿਹਨੇ ਕਮਾਈ ਕੀਤੀ ਹੈ ਗੁਰੂ ਦੇ ਵਚਨਾਂ ਦੀ, ਉਹਨਾਂ ਦਾ ਲੜੀਵਾਰ ਇਤਿਹਾਸ ਆਪਾਂ ਪਿਛਲੇ ਸਮੇਂ ਤੋਂ ਵਿਚਾਰ ਰਹੇ ਹਾਂ। ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਅਨੰਨ ਪਿਆਰੇ ਜਿਹੜੇ ਸਿੱਖ ਨੇ, ਜਿਨ੍ਹਾਂ ਵਿੱਚੋਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਵੀ ਹੋਏ ਨੇ, ਜਿਨ੍ਹਾਂ ਨੇ 11 ਸਾਲ ਬਿਨਾਂ ਕਿਸੇ ਨਾਗੇ ਗੁਰੂ ਚਰਨਾਂ ਵਿੱਚ ਰਹਿ ਕੇ 62 ਸਾਲ ਦੀ ਬਜ਼ੁਰਗ ਅਵਸਥਾ ਦੇ ਵਿੱਚ ਇਹ ਸੇਵਾ ਨਿਭਾਈ ਹੈ, ਜਿਸ ਸੇਵਾ ਦਾ ਫਿਰ ਸਦਕਾ ਫਲ ਇਹ ਪ੍ਰਾਪਤ ਹੁੰਦਾ ਹੈ ਕਿ 74 ਸਾਲ ਦੀ ਅਰਬਲਾ ਦੇ ਵਿੱਚ ਮਾਲਕ ਜੀ ਗੁਰਤਾ ਗੱਦੀ ਤੇ ਵਿਰਾਜਮਾਨ ਹੋ ਜਾਂਦੇ ਨੇ, ਗੁਰੂ ਅਮਰਦਾਸ ਸਾਹਿਬ ਜੀ ਦੇ ਰੂਪ ਅੰਦਰ। ਸੋ ਗੁਰੂ ਅਮਰਦਾਸ ਸਾਹਿਬ ਜੀ ਦਾ ਮੁੱਢਲਾ ਜੀਵਨ ਕਿੱਦਾਂ ਦਾ ਸੀ, ਪਹਿਲਾਂ ਕੀ ਕਰਿਆ ਕਰਦੇ ਸਨ, ਕਿਉਂਕਿ 62 ਸਾਲ ਤੱਕ ਉਹਨਾਂ ਨੇ ਜੋ ਕਰਮ ਕੀਤੇ ਨੇ, ਘਰ ਵੀ ਸੀ, ਪਰਿਵਾਰ ਵੀ ਸੀ, ਬੱਚੇ ਵੀ ਸਨ, ਤੇ ਗੰਗਾ ਦੀ ਯਾਤਰਾ ਤੇ ਵੀ ਜਾਂਦੇ ਸਨ। ਪਰ ਜਦੋਂ ਪੂਰਨ ਗੁਰੂ ਦੇ ਨਾਲ ਮਿਲਾਪ ਹੁੰਦਾ ਹੈ, ਇਹ ਸਭ ਕੁਝ ਫਿਰ ਛੁੱਟ ਜਾਂਦਾ ਹੈ। ਆਪਾਂ ਅੱਜ ਮੁੱਢਲਾ ਜੀਵਨ ਮਾਲਕ ਜੀ ਦਾ ਵਿਚਾਰਨਾ ਹੈ ਕਿ ਸਤਿਗੁਰੂ ਜੀ ਆਪਣੇ ਆਰੰਭਕ ਜੀਵਨ ਦੇ ਵਿੱਚ ਕਿਸ ਪ੍ਰਕਾਰ ਵਿਚਰਦੇ ਹੁੰਦੇ ਸਨ। ਆਓ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਮਨ ਬਿਰਤੀਆਂ ਕਰੋ ਇਕਾਗਰ, ਰਸਨਾ ਕਰੋ ਪਵਿੱਤਰ, ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਨਿਸਾਨੇ ਛੰਦ ਸੰਗ ਬਾਲਕਨ ਖੇਲਹੀ, ਨਿਤ ਗੁਰੂ ਕਿਰਪਾਲਾ। ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜਿੱਥੇ ਸੰਗਤਾਂ ਨੂੰ ਬਖਸ਼ਿਸ਼ਾਂ ਦੇ ਨਾਲ ਨਿਵਾਜਦੇ, ਉੱਥੇ ਸਰੀਰਕ ਤੌਰ ਤੇ ਵੀ ਤੰਦਰੁਸਤ ਬਣਾਉਂਦੇ, ਆਤਮਿਕ ਬਲ ਤੇ ਬਖਸ਼ਦੇ ਹੀ ਸਨ, ਨਾਲ ਨਾਲ ਸਰੀਰਕ ਬਲ ਵੀ ਸਤਿਗੁਰੂ ਜੀ ਬਖਸ਼ਿਸ਼ ਕਰਦੇ ਸਨ। ਮੱਲ ਅਖਾੜਿਆਂ ਦੇ ਰਾਹੀਂ ਕੁਸ਼ਤੀ, ਕਬੱਡੀ ਆਦਿਕ ਇਹ ਖੇਡਾਂ ਜਿਹੜੀਆਂ ਖਡੂਰ ਸਾਹਿਬ ਦੀ ਧਰਤੀ ਤੇ, ਕਿਉਂਕਿ ਮਾਲਕ ਨੇ ਆਪਣੇ ਸਮੇਂ ਦੇ ਵਿੱਚ ਮੱਲ ਅਖਾੜੇ ਸਥਾਪਿਤ ਕੀਤੇ ਸਨ, ਜਿੱਥੇ ਦੋ ਪਹਿਲਵਾਨ ਆਪਸ ਦੇ ਵਿੱਚ ਘੁਲਦੇ ਸਨ। ਸੋ ਇਸ ਪ੍ਰਕਾਰ ਦੀਆਂ ਖੇਡਾਂ ਜਿਹੜੀਆਂ ਨੇ ਨਾ, ਮਾਲਕ ਆਪ ਵੀ ਖੇਡਦੇ ਤੇ ਹੋਰਨਾਂ ਨੂੰ ਵੀ ਜਿਹੜਾ ਖਿਡਾਉਂਦੇ, ਤਾਂ ਜੋ ਅੰਦਰ ਵੀ ਜਿਹੜਾ ਮਜ਼ਬੂਤ ਗੁਰੂ ਕੇ ਸ਼ਬਦ ਨਾਲ ਹੋ ਰਿਹਾ ਹੈ, ਤੇ ਬਾਹਰ ਮੁਖੀ ਵੀ ਮਨੁੱਖ ਜਿਹੜਾ ਹੈ ਨਾ, ਆਪਣੇ ਆਪ ਨੂੰ ਤੰਦਰੁਸਤ ਰੱਖ ਸਕੇ। ਜਿਸ ਕਰਕੇ ਸੰਗ ਬਾਲਕਨ ਖੇਲਹੀ, ਨਿਤ ਗੁਰੂ ਕਿਰਪਾਲਾ। ਕਿਰਪਾ ਦੇ ਘਰ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਇਹ ਸਰੀਰਕ ਜਿਹੜੀਆਂ ਖੇਡਾਂ ਨੇ, ਸਤਿਗੁਰੂ ਜੀ ਖਡੂਰ ਸਾਹਿਬ ਦੀ ਧਰਤੀ ਤੇ ਖੇਡ ਰਹੇ ਹਨ। ਹਰ ਇੱਕ ਸੁਖ ਨੇ ਜਿਨੋ ਕੇ ਇੱਕ ਰਸ ਸਭ ਕਾਲਾ, ਜਿਨ੍ਹਾਂ ਤੇ ਨਾ ਖੁਸ਼ੀ ਨਾ ਗਮੀ ਦਾ ਪ੍ਰਭਾਵ ਨਹੀਂ ਹੈ। ਕਹਿਣ ਤੋਂ ਭਾਵ ਹੈ, ਇਹਨਾਂ ਚੀਜ਼ਾਂ ਤੋਂ ਉੱਪਰ ਨੇ ਸਤਿਗੁਰੂ। ਸਾਡੇ ਉੱਪਰ ਖੁਸ਼ੀ ਗਮੀ ਦਾ ਪ੍ਰਭਾਵ ਹੈ। ਖੁਸ਼ੀ ਹੋਵੇ, ਸਾਡਾ ਕਹਿ ਲਓ ਕਿ ਜੀਵਨ ਕਿੱਦਾਂ ਦਾ ਹੁੰਦਾ, ਜੇ ਗਮ ਆ ਜਾਣ ਤੇ ਅਸੀਂ ਕਿੱਥੇ ਹੁੰਦੇ ਹਾਂ ਸਾਨੂੰ ਪਤਾ ਹੈ, ਕਹਿਣ ਦੀ ਲੋੜ ਨਹੀਂ, ਅਸੀਂ ਮਹਿਸੂਸ ਕਰ ਸਕਦੇ ਹਾਂ। ਪਰ ਗੁਰੂ ਅੰਗਦ ਦੇਵ ਮਹਾਰਾਜ ਹਰ ਸਮੇਂ ਇੱਕ ਰਸ ਰਹਿੰਦੇ ਸਨ। ਦੀਨ ਬੰਦ ਤਾਰਨ ਤਰਨ ਸਿੱਖੀ ਬਿਦਤਾਏ। ਇਸ ਪ੍ਰਕਾਰ ਦੀਨਾਂ ਦੇ ਮਨ ਨੂੰ ਆਪਣੀ ਉਦਾਰਤਾ ਦੇ ਨਾਲ ਬੰਨਣ ਵਾਲੇ ਮਾਲਕ ਖੁੱਲੇ ਦਿਲ ਵਾਲੇ ਸਨ। ਮੁਕਤੀ ਦੇ ਦਾਤੇ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਸਿੱਖੀ ਨੂੰ ਜਿਹੜਾ ਅਸਲ ਦੇ ਵਿੱਚ ਹੋਰ ਕਹਿ ਲਓ ਕਿ ਸਿੱਖੀ ਦਾ ਪ੍ਰਚਾਰ ਸੰਚਾਰ ਕਰ ਰਹੇ ਸਨ। ਦਿਨ ਪ੍ਰਤੀ ਦਿਨ
ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸਿਧਾਂਤ ਸਤਿਗੁਰੂ ਜੀ ਦੁਆਰਾ ਜੀਵਨ ਢਾਲਣਾ ਕਿਵੇਂ, ਇਸ ਪ੍ਰਕਾਰ ਮਾਲਕ ਉਪਦੇਸ਼ ਦੇ ਕੇ ਸਿੱਖੀ ਦਾ ਕਹਿ ਲੋ ਕਿ ਵਿਸਥਾਰ ਕਰ ਰਹੇ ਸਨ। ਜਗੇ ਪਾਕ ਜਿਨ ਨਰਨ ਕੇ ਚਰਨੀ ਲਪਟਾਏ, ਜਿਨ੍ਹਾਂ ਦੇ ਭਾਗ ਜਾਗ ਪੈਂਦੇ ਸਨ ਉਹ ਗੁਰੂ ਚਰਨਾਂ ਦੇ ਵਿੱਚ ਆ ਕੇ ਜਿਹੜਾ ਹੈ ਨਤਮਸਤਕ ਹੁੰਦੇ, ਆਪਣਾ ਸਿਰ ਗੁਰੂ ਦੇ ਚਰਨਾਂ ਵਿੱਚ ਰੱਖ ਦਿੰਦੇ। ਉਹੋ ਹੀ ਰੱਖਦੇ ਸਨ ਜਿਨ੍ਹਾਂ ਦੇ ਭਾਗ ਜਾਗ ਪੈਂਦੇ ਸਨ। ਕਰੋ ਨਿਰੂਪਨ ਅਬ ਕਥਾ ਪਲਿਅਨ ਕੁਲ ਟੀਕਾ। ਕਵੀ ਜੀ ਕਹਿਣ ਲੱਗੇ ਭੱਲਿਆਂ ਦੀ ਕੁਲ ਵਿੱਚੋਂ ਜੋ ਅਸਲ ਦੇ ਵਿੱਚ ਸਰਤਾਜ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਹੋਏ ਨੇ, ਜਿਨ੍ਹਾਂ ਦਾ ਗੁਣਗਾਨ ਅਸੀਂ ਜਿਹੜਾ ਹੈ ਰੋਜ਼ਾਨਾ ਕਰੀਦਾ ਹੈ, ਤੇ ਹਰ ਇੱਕ ਮੁਖ ਤੇ ਜਿਹੜਾ ਹੈ ਬਚਨ ਵੀ ਹੁੰਦੇ ਨੇ, ਕਿਉਂਕਿ ਕਵੀ ਜਿੱਥੇ ਉਸਤਤ ਕਰ ਰਹੇ ਨੇ ਉੱਥੇ ਭੱਟ ਸਾਹਿਬਾਨਾਂ ਨੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਉਸਤਤ ਕੀਤੀ ਹੈ। ਕਿ ਕੋਈ ਕਹਿ ਲਓ ਕਿ ਸੰਸਾਰਕ ਤੌਰ ਤੇ ਵੀ ਜੇਕਰ ਆਪਾਂ ਕਹੀਏ ਨਾ ਕਿ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਗੁਣਾਂ ਨੂੰ ਕੋਈ ਗਾ ਕੇ ਉਹਨਾਂ ਦਾ ਅੰਤ ਪਾ ਸਕਦਾ ਹੈ, ਇਹ ਉਹਦੀ ਬੇਸਮਝੀ ਹੋਏਗੀ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਗੁਣ ਮਾਲਕ ਜੀ ਦੀ ਅਵਸਥਾ ਜਿਹੜੀ ਹੈ ਖੁਦ ਹੀ ਜਾਣਦੇ ਨੇ ਕਿੰਨੀ ਉੱਚੀ ਸੁੱਚੀ ਹੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆਵੇ। ਆਰੰਭਕ ਬਚਨ ਨੇ ਘਨ ਹਰ ਬੂੰਦ ਬਸੋ ਰੋਮਾਵਲ, ਕੁਸਮ ਬਸੰਤ ਗਨੰਤ ਨ ਆਵੇ। ਰਵ ਸਸ ਉਦਰ ਕਿਰਨ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੇ। ਰੁਦਰ ਧਿਆਨ ਗਿਆਨ ਸਤਿਗੁਰ ਕੈ, ਕਬ ਜਨ ਭਲ ਉਨ੍ਹਾਂ ਜੋ ਗਾਵੇ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆਵੇ। ਅੱਜ ਗੁਰੂ ਅਮਰਦਾਸ ਸਾਹਿਬ ਜੀ ਦੀ ਉਪਮਾ ਅਸੀਂ ਕਰਨ ਜਾ ਰਹੇ ਹਾਂ। ਉਹਨਾਂ ਦਾ ਮੁੱਢਲਾ ਜੀਵਨ ਕਿੱਦਾਂ ਦਾ ਸੀ, ਕਿਸ ਪ੍ਰਕਾਰ ਉਹ ਵਿਚਰਿਆ ਕਰਦੇ ਸਨ। ਚਲੋ ਘਰ ਦਾ ਜੋ ਮਾਹੌਲ ਸੀ ਉਸ ਮੁਤਾਬਕ ਉਹਨਾਂ ਨੇ ਆਪਣੇ ਆਪ ਨੂੰ ਉਸ ਸਮੇਂ ਢਾਲਿਆ, ਤੇ ਉਹ ਜੀਵਨ ਕੈਸਾ ਸੀ। ਆਏ ਮਿਲੇ ਜਿਸ ਰੀਤ ਸੋ ਸੇਵਨ ਕੇ ਨੀਕਾ। ਇਸ ਪ੍ਰਕਾਰ ਜਿਸ ਰੀਤੀ ਦੇ ਨਾਲ, ਜਿਸ ਵਿਧੀ ਨਾਲ, ਜਿਸ ਜੁਗਤ ਦੇ ਨਾਲ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਆ ਕੇ ਮਿਲੇ ਸਨ, ਸ੍ਰੇਸ਼ਟ ਸੇਵਾ ਕੀਤੀ ਸੀ, ਉਹ ਕਿਸ ਪ੍ਰਕਾਰ ਹੋਇਆ, ਆਓ ਆਪਾਂ ਵਿਚਾਰਦੇ ਹਾਂ। ਇੱਕ ਬਾਸੁਰ ਕੇ ਗ੍ਰਾਮ ਹੈ ਤੇ ਬਸੈ ਨਿਕੇਤਨ। ਇੱਕ ਬਾਸਰ ਕੇ ਨਾਮੀ ਪਿੰਡ ਹੈ ਜਿੱਥੇ ਗੁਰੂ ਅਮਰਦਾਸ ਸਾਹਿਬ ਜੀ ਅਮਰਦਾਸ ਸਰੂਪ ਦੇ ਅੰਦਰ ਰਹਿੰਦੇ ਨੇ। ਚਲੋ ਅਸੀਂ ਗੁਰੂ ਅਮਰਦਾਸ ਸਾਹਿਬ ਜੀ ਹੀ ਨਾਲ ਵਰਤਾਂਗੇ, ਕਿਉਂਕਿ ਹਾਲੇ ਨਾ ਤੇ ਸਿੱਖ ਬਣੇ ਨੇ ਤੇ ਨਾ ਗੁਰੂ ਚਰਨਾਂ ਵਿੱਚ ਆਏ ਨੇ, ਤੇ ਨਾ ਕੋਈ ਹਾਲੇ ਸੇਵਾ ਕੀਤੀ ਹੈ। ਪਰ ਜਿਸ ਪ੍ਰਕਾਰ ਮਾਲਕ ਨੇ ਰਹਿ ਕੇ ਗੁਰੂ ਦੇ ਹੁਕਮ ਵਿੱਚ ਸੇਵਾ ਕੀਤੀ ਹੈ, ਕੁੱਲ ਕਾਇਨਾਤ ਵਿੱਚ ਕਹਿ ਲਓ ਕਿ ਐਸੀ ਸੇਵਾ ਜਿਹੜੀ ਹੈ ਕੋਈ ਕਰ ਹੀ ਨਹੀਂ ਸਕਦਾ। ਹੈਰਾਨੀ ਉਦੋਂ ਹੁੰਦੀ ਹੈ ਜਦੋਂ ਇਤਿਹਾਸ ਦਾ ਇਹ ਪੰਨਾ ਪੜ੍ਹੀਦਾ ਹੈ ਕਿ 11 ਸਾਲ ਕੋਈ ਵੀ ਦਿਨ ਐਸਾ ਨਹੀਂ ਸੀ ਜਦੋਂ ਅਸਲ ਦੇ ਵਿੱਚ ਕੋਈ ਛੁੱਟੀ ਕੀਤੀ ਹੋਵੇ ਸੇਵਾ ਤੋਂ। ਬੜਾ ਔਖਾ ਕਹਿ ਲਓ ਕਿ ਇਹ ਆਪਾਂ ਸੁਣਨ ਨੂੰ ਵੀ ਜਿਹੜਾ ਹੈ ਇਹ ਲੱਗੇਗਾ, ਕਿਉਂਕਿ ਸਾਡੇ ਤੋਂ ਵੀ ਬੜੀਆਂ ਅਣਗਹਿਲੀਆਂ ਹੋ ਜਾਂਦੀਆਂ ਨੇ, ਛੁੱਟੀਆਂ ਵੀ ਹੋ ਜਾਂਦੀਆਂ ਨੇ, ਬੜਾ ਕੁਝ ਹੈ, ਤੇ ਅਸੀਂ ਰੋਜ਼ ਨਹੀਂ ਆ ਪਾਉਂਦੇ। ਅਸੀਂ ਇਸ ਗੱਲ ਤੋਂ ਹੀ ਜਿਹੜਾ ਹੈ ਲੈ ਲਈਏ, ਸਾਡਾ ਹੋ ਸਕਦਾ ਹੈ ਰੋਜ਼ ਦਾ ਨਿਤਨੇਮ ਨਾ ਹੁੰਦਾ ਹੋਵੇ, ਰੋਜ਼ ਦੇ ਗੁਰੂ ਦੇ ਦਰਸ਼ਨ ਵੀ ਨਾ ਹੁੰਦੇ ਹੋਣ, ਰੋਜ਼ ਦੀ ਸਾਡੀ ਕੋਈ ਸੇਵਾ ਨਾ ਹੁੰਦੀ ਹੋਵੇ। ਪਰ ਕਮਾਲ ਦੀ ਬਾਤ ਇਹ ਹੈ ਕਿ ਮਾਲਕ ਨੇ ਜਿਹੜਾ ਹੈ ਲਗਾਤਾਰ ਸੇਵਾ ਕੀਤੀ ਹੈ। ਤੇ ਰੁੱਤਾਂ ਦਾ ਹਿਸਾਬ ਲਾ ਲਈਏ ਤਾਂ ਵੀ ਅੰਦਰ ਹੈਰਾਨੀ ਹੀ ਹੁੰਦੀ ਹੈ। ਮੀਂਹ ਵੀ ਆਏ ਹੋਣਗੇ, ਝੱਖੜ ਵੀ ਝੁੱਲੇ ਹੋਣਗੇ, ਗਰਮੀਆਂ ਵੀ ਹੋਣਗੀਆਂ, ਅੱਤ ਦੀ ਸਰਦੀ ਵੀ ਹੋਏਗੀ ਇਹਨਾਂ 11 ਸਾਲਾਂ ਦੇ ਵਿੱਚ, ਪਰ ਇਹ ਸੇਵਾ ਬਾ ਕਮਾਲ ਦੀ ਸੀ। ਕਵੀ ਜੀ ਕਹਿਣ ਲੱਗੇ ਬਾਸਰ ਕੇ ਪਿੰਡ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਰਹਿੰਦੇ ਸਨ।
ਤੇਜੋ ਖੱਤਰੀ ਭਾਗ ਵੱਡ ਨਿਸ ਦਿਨ ਪ੍ਰਭ ਚੇਤੰ। ਵੱਡੇ ਭਾਗਾਂ ਵਾਲਾ ਤੇਜਭਾਨ। ਭਾਵ ਕਹਿਣ ਤੋਂ ਅਸਲ ਦੇ ਵਿੱਚ ਜਿਹੜਾ ਹੈ ਇਹਨਾਂ ਦੇ ਪਿਤਾ ਜੀ ਸਤਿਗੁਰੂ ਜੀ ਦੇ ਦਿਨ ਰਾਤ ਰੱਬ ਦਾ ਸਿਮਰਨ ਕਰਦੇ ਸਨ। ਭਲੇ ਕਰਮ ਮੈਂ ਪ੍ਰੀਤ ਉਰ ਭਲੇ ਕੁਲ ਮਾਹੀ। ਭਲਿਆਂ ਦੀ ਜਿਹੜਾ ਹੈ ਕੁੱਲ ਵਿੱਚ ਭਲੇ ਕਰਮ ਦੀ ਇਹ ਜਿਹੜਾ ਹੈ ਨਾ ਅਸਲ ਦੇ ਵਿੱਚ ਇਹਨਾਂ ਨੇ ਰੀਤੀ ਇੱਕ ਤੋਰੀ ਹੋਈ ਸੀ। ਚੰਗੇ ਕਰਮ ਧਰਮ ਦਾ ਕਰਮ ਜਿਹੜਾ ਇਹ ਕਰਿਆ ਕਰਦੇ ਸਨ। ਧੀਰਜ ਧਰਮ ਵਿਸ਼ਾਲ ਜੇ ਅਵਗੁਣ ਚਿਤ ਨਾਹੀ। ਵਿਸ਼ਾਲ ਧੀਰਜ ਧਰਮ ਸੀ, ਉਹਨਾਂ ਦੇ ਚਿੱਤ ਵਿੱਚ ਕੋਈ ਵੀ ਔਗਣ ਨਹੀਂ ਸੀ। ਤਿਨ ਕੇ ਸੁਤੇ ਉਤਪਤ ਪਾਈ ਸ਼੍ਰੀ ਅਮਰ ਬਡੇਰੇ। ਇਸ ਪ੍ਰਕਾਰ 4 ਪੁੱਤਰ ਹੋਏ ਨੇ ਬਾਬਾ ਤੇਜਭਾਨ ਦੇ। ਸਭ ਤੋਂ ਵੱਡੇ ਗੁਰੂ ਅਮਰਦਾਸ ਸਾਹਿਬ ਜੀ ਸਨ। ਅਪਰ ਪਾਈ ਪੁਲ ਤੀਨ ਸੁਤ ਹਰ ਕਤ ਪਾਹੀ। ਇਹ ਆਪਣੇ ਪੁੱਤਰਾਂ ਨੂੰ ਵੇਖ ਕੇ ਬੜਾ ਖੁਸ਼ ਹੋਇਆ ਕਰਦੇ ਸਨ। ਖੇਤੀ ਕਿਤ ਕੋ ਸੁਤ ਕਰੇ ਤੇ ਜੋ ਸੁਖ ਪਾਵੇ। ਸਾਰੇ ਪੁੱਤਰ ਜਿਹੜਾ ਖੇਤੀ ਕਰਿਆ ਕਰਦੇ ਸਨ ਤੇ ਬਾਬਾ ਤੇਜਭਾਨ ਸੁਖ ਜਿਹੜਾ ਹੈ ਉਹ ਪ੍ਰਾਪਤ ਕਰ ਰਹੇ ਸਨ। ਬੈਠ ਰਹੇ ਸਿਮਰੇ ਪ੍ਰਭੂ ਭਗਤੀ ਚਿਤ ਲਾਵੇ। ਚਿਤ ਲਾ ਕੇ ਉਹ ਭਗਤੀ ਕਰਿਆ ਕਰਦੇ ਸਨ, ਰੱਬ ਦਾ ਸਿਮਰਨ ਕਰਦੇ ਰਹਿੰਦੇ ਸਨ। ਵਿਆਹ ਕਰੇ ਸਭ ਸੁਤਨ ਕੇ ਪਿਕ ਸਹਿਤ ਸੁਨੋਖਾ। ਚਾਰੇ ਬੱਚਿਆਂ ਦਾ ਉਹਨਾਂ ਨੇ ਵਿਆਹ ਕੀਤਾ ਹੈ ਤੇ ਸਾਰੇ ਜਿਹੜਾ ਹੈ ਕਹਿ ਲੋ ਕਿ ਸੁੱਖ ਦੇ ਵਿੱਚ ਰਹਿ ਰਹੇ ਹਨ। ਉਰਮੈ ਅਧਿਕ ਪ੍ਰਮੋਦ ਹੀ ਬੜ ਭਾਗ ਅਦੁਖਾ। ਹਿਰਦੇ ਵਿੱਚ ਬੜਾ ਆਨੰਦ ਸੀ, ਵੱਡੇ ਭਾਗਾਂ ਵਾਲੇ ਦੁੱਖ ਤੋਂ ਰਹਿਤ ਸਨ। ਆਪੋ ਆਪਣੇ ਕਾਜ ਮੈਂ ਚਾਰੋਂ ਸੁਤ ਲਾਗੇ। ਆਪੋ ਆਪਣੇ ਕਾਰਜਾਂ ਦੇ ਵਿੱਚ ਸਾਰੇ ਪੁੱਤਰ ਲੱਗੇ ਸਨ। ਹੋਰ ਪਿਤਾ ਨੂੰ ਕੀ ਚਾਹੀਦਾ? ਔਲਾਦ ਨੇਕ ਹੋਵੇ, ਚੰਗੀ ਹੋਵੇ ਤੇ ਆਪੋ ਆਪਣਾ ਕੰਮ ਜਿਹੜਾ ਪੈਰਾਂ ਤੇ ਖਲੋ ਜਾਵੇ ਤੇ ਅਸਲ ਦੇ ਵਿੱਚ ਹੋਰ ਕੀ ਪਿਤਾ ਨੂੰ ਚਾਹੀਦਾ। ਤੇ ਉੱਪਰੋਂ ਜਿਹੜਾ ਹੈ ਕਹਿ ਲੋ ਕਿ ਚੰਗੇ ਗੁਣਾਂ ਦੇ ਧਾਰਨੀ, ਕੋਈ ਐਬ ਨਹੀਂ ਤੇ ਬੜੇ ਖੁਸ਼ ਸਨ ਬਾਬਾ ਤੇਜਭਾਨ ਜੀ। ਬੀਤ ਗਇਓ ਚਿਰਕਾਲ ਹੀ ਪੋਤਰੇ ਪਿਕ ਆਗੇ। ਕਾਫੀ ਸਮਾਂ ਬਤੀਤ ਹੋ ਗਿਆ, ਵਿਆਹ ਵੀ ਹੋ ਗਏ ਪੁੱਤਰਾਂ ਦੇ, ਪੋਤਰਿਆਂ ਦੇ ਮੂੰਹ ਵੀ ਵੇਖ ਲਏ ਉਹਨਾਂ ਨੇ, ਅੱਗੇ ਪੋਤਰੇ ਵੀ ਪੈਦਾ ਹੋਏ। ਅਮਰਦਾਸ ਨਿਜ ਬਾਸ ਮੈਂ ਚਿਰਕਾਲ ਬਿਤਾਵਾ। ਸ਼੍ਰੀ ਅਮਰਦਾਸ ਕਵੀ ਜੀ ਨੇ ਇੱਥੇ ਜ਼ਿਕਰ ਤਾਂ ਕੀਤਾ ਕਿਉਂਕਿ ਅਜੇ ਗੁਰੂ ਪਦਵੀ ਨਹੀਂ ਮਿਲੀ। ਭਾਵ ਕਹਿਣ ਤੋਂ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਘਰ ਦੇ ਵਿੱਚ ਬਹੁਤ ਸਮਾਂ ਜਿਹੜਾ ਹੈ ਉਹ ਬਿਤਾਇਆ। ਇੱਕ ਦਿਨ ਹਿਰਦੈ ਵਿਚਾਰਿਓ ਹੋਏ ਬੈਸ ਬਿਆਵਾ। ਇੱਕ ਦਿਨ ਦਿਲ ਦੇ ਵਿੱਚ ਵਿਚਾਰ ਆਈ ਹੈ, ਫੁਰਨਾ ਉੱਠਿਆ ਕਿ ਘਰ ਹੀ ਬੈਠੇ ਹੋਏ ਜਿਹੜਾ ਨਾ ਜ਼ਿੰਦਗੀ ਬਤੀਤ ਅਸੀਂ ਕਰ ਰਹੇ ਹਾਂ। ਦੋਹਰਾ ਕਰਤ ਬਨਜ ਫੇਰੋ ਫਿਰੈ ਧਰਮ ਸਹਿਤ ਕਿਤ ਠਾਨ। ਹੋਏ ਅਦੋਸ਼ ਜਿਮ ਜੀਵ ਕਾ ਨਿਰਬਾਤ ਗੁਜ਼ਰਾਨ। ਚਲੋ ਕਿਰਤ ਕਰੀ ਦੀ ਘਰੇ ਬੈਠਿਆਂ, ਘਰੇ ਹੀ ਸਮਾਂ ਇੰਨਾ ਹੋ ਗਿਆ ਆਪਾਂ ਨੂੰ, ਕਿਉਂ ਨਾ ਆਪਾਂ ਧਰਮ ਸਹਿਤ ਕਿਰਤ ਕਮਾਈ ਕਰੀਏ। ਧਰਮ ਦਾ ਕਰਮ ਵੀ ਹੋ ਜਾਵੇ, ਕਿਰਤ ਵੀ ਹੋਵੇ ਤੇ ਧਰਮ ਵੀ ਹੋ ਜਾਵੇ, ਦੋਵੇਂ ਕੰਮ ਹੋ ਜਾਣ ਤੇ ਬਾਹਰ ਤੁਰ ਫਿਰ ਕੇ ਆਪਾਂ ਵਪਾਰ ਕਰੀਏ ਤੇ ਉਸੇ ਪ੍ਰਕਾਰ ਜਿਹੜਾ ਹੈ ਐਸੀ ਰੋਜੀ ਕਹਿ ਲੋ ਕਿ ਕਮਾਈਏ ਜਿਹੜੀ ਪਾਪਾਂ ਤੋਂ ਰਹਿਤ ਹੋਵੇ, ਕੋਈ ਐਬ ਕੋਈ ਵਲ ਛਲ ਨਾ ਹੋਵੇ। ਤੁਰ ਫਿਰ ਕੇ ਵਪਾਰ ਕਰੀਏ, ਧਰਮ ਵੀ ਕਮਾਇਆ ਜਾਏਗਾ ਤੇ ਕਰਮ ਵੀ ਨਾਲ ਜਿਹੜਾ ਹੈ ਕਮਾਏ ਜਾਣਗੇ। ਤੋ ਇਸ ਲਈ ਗੁਜਰਾਨ ਜਿਹੜਾ ਨਾ ਇਸ ਪ੍ਰਕਾਰ ਆਪਾਂ ਕਰੀਏ। ਇਹ ਮਨ ਦੇ ਵਿੱਚ ਇੱਕ ਕਹਿ ਲੋ ਕਿ ਫੁਰਨਾ ਆਇਆ ਹੈ। ਨਿਸ਼ਾਨੀ ਛੰਦ ਕਰੇ ਅਬੈ ਸ਼ੁਭ ਕਰਮ ਕੋ ਸੁਖ ਹੋਏ ਪਰਲੋਕ। ਜੇ ਹੁਣ ਆਪਾਂ ਇੱਥੇ ਸ਼ੁਭ ਕਰਮ ਕਰਾਂਗੇ ਤੇ ਇਹ ਲੋਕ ਵੀ ਸੁਖੀ ਤੇ ਪਰਲੋਕ ਵੀ ਸੁਖੀ ਹੋ ਜਾਵੇਗਾ। ਨਾਇਕ ਰਾਗ ਰੁਦਵੈਸ਼ ਮੈਂ ਲੈ ਹਰਿ ਗੁਰੂ ਸ਼ੋਕਮ। ਅਸਲ ਦੇ ਵਿੱਚ ਨਹੀਂ ਤਾਂ ਫਿਰ ਪ੍ਰੇਮ ਦੇ ਵਿੱਚ ਵੈਰ ਦੇ ਵਿੱਚ ਪੈ ਕੇ ਅਸਲ ਦੇ ਵਿੱਚ ਇਹ ਸੁੱਖ ਦੁੱਖ ਹੀ ਮਨੁੱਖ ਫਿਰ ਸਹੇੜਦਾ ਰਹੇਗਾ। ਕਹਿਣ ਤੋਂ ਭਾਵ ਕਿ ਇਹ ਸੰਸਾਰਕ ਜੰਜਾਲਾਂ ਦੇ ਵਿੱਚ ਹੀ ਫਿਰ ਫਸ ਕੇ ਰਹਿ ਜਾਵਾਂਗੇ। ਕਿਸੇ ਨਾਲ ਪ੍ਰੇਮ, ਕਿਸੇ ਨਾਲ ਵੈਰ, ਕਦੀ ਦੁੱਖ ਕਦੀ ਸੁੱਖ ਆਦਿਕ ਜਿਹੜਾ ਹੈ ਇਹਨਾਂ ਚੀਜ਼ਾਂ ਦੇ ਵਿੱਚ ਫਿਰ ਮਨੁੱਖ ਜਿਹੜਾ ਫਸ ਕੇ ਰਹਿ ਜਾਂਦਾ ਹੈ। ਅਸਲ ਦੇ ਵਿੱਚ ਜਦੋਂ ਦਮਾਮਾ ਵੱਜੇਗਾ ਕਿ ਮੌਤ ਦਾ ਨਗਾਰਾ
ਜਮਾਂ ਨੇ ਜਦੋਂ ਵਜਾਇਆ ਪਈ ਚੱਲ ਹੁਣ, ਤੇ ਉਦੋਂ ਫਿਰ ਜਿਹੜਾ ਹੈ ਕੋਈ ਉਪਾਅ ਨਹੀਂ ਹੋਏਗਾ। ਤੇ ਕਿਉਂ ਨਾ ਆਪਾਂ ਜਿਹੜਾ ਹੈ ਇਹ ਜੋ ਜ਼ਿੰਦਗੀ ਮਿਲੀ ਹੈ, ਹੁਣ ਇਹ ਆਪਣੇ ਆਪ ਦੇ ਵਿੱਚ ਵਿਚਾਰ ਕਰ ਰਹੇ ਨੇ। ਜ਼ਿੰਦਗੀ ਮਿਲੀ ਹੈ, ਆਪਾਂ ਕਿਉਂ ਨਾ ਜਿਹੜਾ ਹੈ ਧਰਮ ਦੇ ਲੇਖੇ ਲਾਈਏ। ਪਛਤਾਵੇ ਨਿਜ ਸਿਰ ਤੁਨੇ ਬਰਬਾਦ ਬਿਤਾਈ। ਬਾਅਦ ਦੇ ਵਿੱਚ ਫਿਰ ਸਿਰ ਸੁੱਟ ਕੇ ਪਛਤਾਉਣਾ ਹੀ ਪਏਗਾ। ਕਿਉਂ? ਅੰਦਰੋਂ ਇੱਕੋ ਹੀ ਆਵਾਜ਼ ਨਿਕਲੇਗੀ ਕਿ ਉਮਰ ਮਿਲੀ ਸੀ ਵਿਅਰਥ ਚਲੀ ਗਈ, ਕੋਈ ਚੰਗਾ ਕੰਮ ਕੀਤਾ ਹੀ ਨਹੀਂ। ਇਹ ਵਿਚਾਰ ਮਨ ਦੇ ਵਿੱਚ ਚੱਲ ਰਹੀ ਹੈ। ਚਲੋ ਹੁਣ ਜਿਹੜਾ ਹੈ ਨਾ ਤੀਰਥਾਂ ਉੱਤੇ ਜਾ ਕੇ ਤਪੱਸਿਆ ਕਰਨ ਦਾ ਸਮਾਂ ਜਿਹੜਾ ਹੈ ਹੁਣ ਹੈਗਾ। ਹੁਣ ਮੈਂ ਬੇਨਤੀ ਇਹ ਕਰਦਿਆਂ, ਹਾਲੇ ਗੁਰੂ ਚਰਨਾਂ ਵਿੱਚ ਨਹੀਂ ਆਏ। ਗੁਰਮਤਿ ਅਨੁਸਾਰ ਜਿਹੜਾ ਅਸਲ ਦੇ ਵਿੱਚ ਤੀਰਥਾਂ ਤੇ ਜਾਣਾ ਸਾਡੇ ਵਾਸਤੇ ਸਤ ਸੰਗਤ ਵਿੱਚ ਚੱਲ ਕੇ ਆਉਣਾ ਸਭ ਤੋਂ ਵੱਡਾ ਤੀਰਥ ਹੈ। ਇਹ ਮੁੱਢਲੀ ਕਥਾ ਹੈ ਮਾਲਕ ਦੀ, ਉਹਨਾਂ ਦਾ ਜੀਵਨ ਹੈ, ਤੇ ਅਸੀਂ ਉਸੇ ਪ੍ਰਕਾਰ ਹੀ ਸਰਵਣ ਕਰਨਾ ਹੈ। ਇਹ ਨਾ ਮਨ ਦੇ ਵਿੱਚ ਆਵੇ ਕਿ ਗੁਰੂ ਅਮਰਦਾਸ ਸਾਹਿਬ ਜੀ ਤੀਰਥਾਂ ਤੇ ਜਾਂਦੇ ਰਹੇ ਸਨ, ਗੁਰੂ ਅਮਰਦਾਸ ਸਾਹਿਬ ਜੀ ਦੇਵਤਿਆਂ ਦੀ ਆਰਾਧਨਾ ਕਰਦੇ ਸਨ। ਇਹ ਗੱਲ ਜ਼ਿਹਨ ਦੇ ਵਿੱਚ ਨਹੀਂ ਹੋਣੀ ਚਾਹੀਦੀ। ਸਾਡੇ ਜ਼ਿਹਨ ਵਿੱਚ ਇਹ ਗੱਲ ਹੋਣੀ ਚਾਹੀਦੀ ਹੈ, ਗੁਰੂ ਅਮਰਦਾਸ ਸਾਹਿਬ ਜੀ ਦਾ ਜੋ ਪਹਿਲਾ ਜੀਵਨ ਸੀ ਨਾ ਉਹ ਇਦਾਂ ਦਾ ਸੀ। ਪਰ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ ਨੇ, ਫਿਰ ਨਾ ਕਦੀ ਤੀਰਥਾਂ ਤੇ ਗਏ ਨੇ, ਨਾ ਹੋਰ ਕਿਸੇ ਨੂੰ ਆਰਾਧਿਆ ਹੈ, ਕੇਵਲ ਗੁਰੂ ਗੁਰੂ ਤੇ ਰੱਬ ਰੱਬ ਹੀ ਕੀਤਾ ਹੈ। ਤੇ ਇੱਕ ਦਿਨ ਖੁਦ ਜਿਹੜਾ ਹੈ ਖੁਦ ਖੁਦਾ ਦਾ ਸਰੂਪ ਹੋ ਗਏ ਨੇ। ਅਸੀਂ ਇਸ ਪ੍ਰਕਾਰ ਸਰਵਣ ਕਰਨਾ ਹੈ। ਕਈ ਦੂਸਰੇ ਪਾਸੇ ਵੀ ਲੈ ਜਾਂਦੇ ਨੇ ਬਾਤਾਂ ਨੂੰ। ਇਹ ਕਿਵੇਂ? ਜਿਵੇਂ ਆਪਾਂ ਪਿੱਛੇ ਵੀ ਵਿਚਾਰਿਆ ਸੀ, ਪਿੱਛੇ ਜਿਹੜਾ ਹੈ ਵਿਚਾਰਿਆ ਸੀ ਬਾਬਾ ਲਹਿਣਾ ਜੀ ਦਾ ਜੀਵਨ। ਉਹ ਜਗਰਾਤੇ ਵੀ ਕਰਦੇ ਸਨ, ਹਰ ਸਾਲ ਜਿਹੜਾ ਜਥਾ ਲੈ ਕੇ ਵੀ ਜਾਂਦੇ ਸਨ। ਪਰ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਮਿਲਾਪ ਹੋਇਆ ਹੈ, ਦਰਸ਼ਨ ਕੀਤੇ ਨੇ, ਫਿਰ ਆਪਣੇ ਸਾਥੀਆਂ ਨੂੰ ਕਿਹਾ ਤੁਸੀਂ ਜਾਓ, ਹੁਣ ਅੱਜ ਤੋਂ ਬਾਅਦ ਮੈਂ ਨਹੀਂ ਜਾਣਾ, ਮੈਂ ਨਹੀਂ ਜਾਣਾ, ਮੈਨੂੰ ਮੰਜ਼ਿਲ ਮਿਲ ਗਈ। ਸੋ ਇਸੇ ਪ੍ਰਕਾਰ ਗੁਰੂ ਅਮਰਦਾਸ ਸਾਹਿਬ ਜੀ ਹੁਣ ਅੰਦਰ ਇਹ ਵਿਚਾਰ ਕਰ ਰਹੇ ਨੇ, ਹੁਣ ਸਮਾਂ ਹੈ ਤੀਰਥ ਕੈ ਤਪਸਾ ਕਰੇ ਅਬ ਸਮੋ ਹਮਾਰਾ। ਹੁਣ ਸਮਾਂ ਆਇਆ ਹੈ, ਆਪਾਂ ਜਿਹੜਾ ਹੈ ਤੀਰਥਾਂ ਤੇ ਜਾਈਏ, ਤਪੱਸਿਆ ਕਰੀਏ। ਜਵਾਨੀ ਦੀ ਉਮਰ ਵਿੱਚ ਹੀ ਜਾਣਾ ਬਣਦਾ ਹੈ। ਬਿਰਧ ਹੋ ਕੇ ਅਸਲ ਦੇ ਵਿੱਚ ਜਿਹੜਾ ਹੈ ਤਨ, ਇਹਦੇ ਵਿੱਚ ਤਾਕਤ ਨਹੀਂ ਰਹਿੰਦੀ, ਬਲ ਹਾਰ ਜਾਂਦਾ ਹੈ। ਇਸੇ ਲਈ ਜਿਹੜਾ ਹੈ ਆਰੰਭਕ ਜਿਹੜਾ ਜੀਵਨ ਹੈ ਉਹ ਤੋਂ ਹੀ ਜੇਕਰ ਅਸੀਂ ਸ਼ੁਰੂਆਤ ਕਰਾਂਗੇ ਨਾ, ਤੇ ਪੜਾਅ ਦਰ ਪੜਾਅ ਇੰਨੀ ਉੱਚੀ ਸੁੱਚੀ ਅਵਸਥਾ ਬਣ ਜਾਂਦੀ ਹੈ। ਕਿਉਂਕਿ ਮਨੁੱਖ ਦੀ ਹਾਲਤ ਜਾਂ ਫਿਰ ਮਨੁੱਖ ਦੀ ਜਿਹੜੀ ਸੋਚਣੀ ਹੈ ਉਹ ਇਸ ਪ੍ਰਕਾਰ ਦੀ ਹੈ, ਕੋਈ ਨਹੀਂ ਹਾਲੇ ਬਚਪਨ ਹੈ, ਕੋਈ ਨਹੀਂ ਹਾਲੇ ਜਵਾਨੀ ਹੈ, ਤੇ ਬੁਢੇਪੇ ਤੱਕ ਵੀ ਇਹ ਸੋਚਦੇ ਰਹਿੰਦਾ ਮੈਂ ਹੁਣ ਰੱਬ ਨਾਲ ਜੁੜਾਂ ਕਿ ਨਾ ਜੁੜਾਂ। ਇਹਦੀ ਕਹਿ ਲਓ ਕਿ ਇਹ ਫਿਤਰਤ ਬਣ ਚੁੱਕੀ ਮਨੁੱਖ ਦੀ। ਗੁਰੂ ਸਾਹਿਬ ਜੀ ਨੇ ਇੱਕ ਸੱਚਾਈ ਵੀ ਸਾਡੇ ਸਾਹਮਣੇ ਰੱਖ ਦਿੱਤੀ ਹੈ, ਭਲਿਆ ਤੈਨੂੰ ਖੁਦ ਨੂੰ ਤੇ ਪਤਾ ਨਹੀਂ ਤੇਰੀ ਉਮਰ ਕਿੰਨੀ ਕੁ ਹੈ। ਹੁਣ ਜੇ ਮੈਂ ਕਹਾਂ ਕਿ ਮੈਂ ਬਜ਼ੁਰਗੀ ਤੱਕ ਜਾਵਾਂਗਾ, ਉਹ ਮੇਰੀ ਬੇਸਮਝੀ ਹੈ, ਕਿਉਂਕਿ ਮੈਨੂੰ ਨਹੀਂ ਪਤਾ ਮੈਂ ਕੱਲ ਦਾ ਦਿਨ ਵੇਖਣਾ ਕਿ ਨਹੀਂ ਵੇਖਣਾ। ਸੱਚਾਈ ਤੇ ਹੈ, ਸਾਨੂੰ ਨਹੀਂ ਪਤਾ ਅਸੀਂ ਕੱਲ ਦਾ ਸੂਰਜ ਉੱਗਦਾ ਵੇਖਣਾ ਹੈ ਕਿ ਨਹੀਂ ਵੇਖਣਾ। ਇੱਦਾਂ ਸੋਚ ਕੇ ਚੱਲੋਗੇ ਜੁੜ ਜਾਓਗੇ। ਤੇ ਜੇ ਆਪਾਂ ਕਹਾਂਗੇ ਕੋਈ ਨਹੀਂ ਅਜੇ ਤੇ ਜਵਾਨੀ ਆਈ ਹੈ, ਰੰਗ ਮੇਲੇ ਮਾਰ ਲੈਨੇ ਸੰਸਾਰ ਤੇ ਜੇ ਅਸੀਂ ਉਹ ਬੁਢੇਪੇ ਤੱਕ ਨਾ ਪਹੁੰਚ ਪਾਏ, ਫਿਰ ਕੀ ਕਹੋਗੇ? ਪਛਤਾਵਾ। ਪੱਲੇ ਕੁਛ ਨਹੀਂ, ਪਛਤਾਵਾ ਹੀ ਹੋਏਗਾ ਕਿ ਮੈਂ ਸੋਚਿਆ ਕੁਝ ਹੋਰ ਸੀ, ਹੋ ਕੁਝ ਹੋਰ ਗਿਆ। ਨਰ ਚਾਹਤ ਕਛ ਔਰ ਹੈ ਕੀ ਔਰ ਹੈ ਪਈ। ਚਿਤਵਤ ਰਹਿਓ ਠਗੌਰ, ਨਾਨਕ ਫਾਸੀ ਗਲ ਪਰੀ। ਮੈਂ ਤੇ ਸੋਚਦਾ ਹੀ ਰਹਿ ਗਿਆ ਬੁਢੇਪਾ ਆਏਗਾ ਮੇਰੇ ਤੇ, ਪਰ ਆਇਆ ਨਹੀਂ, ਪਹਿਲਾਂ ਚਲਾ ਗਿਆ। ਸੋ ਸੱਚਾਈ ਇਹ ਹੈ, ਇਸ ਸੱਚਾਈ ਤੇ ਪਹਿਰਾ ਦੋਗੇ ਤੇ ਜ਼ਿੰਦਗੀ ਆਨੰਦਮਈ ਹੋ ਸਕਦੀ ਹੈ।
ਜੋ ਸੱਚ ਸਾਡੇ ਸਾਹਮਣੇ ਹੋਏਗਾ। ਤੇ ਜੇ ਮੈਂ ਸੁਪਨੇ ਵਿੱਚ ਹੀ ਜੀ ਰਿਹਾ, ਕੋਈ ਨਹੀਂ, ਚਿੱਟੀਆਂ ਦਾੜੀਆਂ ਵਾਲੇ ਵੀ ਬੈਠੇ ਮੇਰੇ ਸਾਹਮਣੇ, ਮੇਰੀ ਵੀ ਚਿੱਟੀ ਹੋਣੀ। ਇਹ ਗਲਤਫਹਿਮੀ ਮਨੁੱਖ ਦੇ ਅੰਦਰ। ਸੁਬਾ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਹੁਣ ਸਮਾਂ ਹੈ, ਬਿਰਧ ਹੋ ਕੇ ਤੇ ਫਿਰ ਤਨ ਵੀ ਜਿਹੜਾ ਜਵਾਬ ਦੇ ਜਾਂਦਾ ਹੈ। ਇਸ ਪ੍ਰਕਾਰ ਇਹ ਅਜਿਹੀਆਂ ਜਿਹੜੀਆਂ ਦਲੀਲਾਂ ਨਾ ਆਪਣੇ ਮਨ ਨੂੰ ਹੀ ਦੇ ਰਹੇ ਨੇ। ਹੁਣ ਨਿਸ਼ਚਾ ਕਰ ਲਿਆ, ਪੱਕਾ ਅੰਦਰ ਕਹਿ ਲਓ ਕਿ ਗੱਲਬਾਤ ਉਹਨਾਂ ਨੇ ਵਿਚਾਰ ਲਈ ਹੈ ਕਿ ਹੁਣ ਆਪਾਂ ਕਰਨਾ ਹੀ ਕਰਨਾ ਹੈ ਧਰਮ ਦਾ ਕੰਮ, ਕਿਉਂਕਿ ਮਾਰਗ ਦੱਸਣ ਵਾਲਾ ਹਾਲੇ ਕੋਈ ਨਹੀਂ ਹੈ। ਜਿਵੇਂ ਵੇਖਿਆ ਜਾਂ ਜਿਵੇਂ ਕਿਸੇ ਨੇ ਕਿਹਾ ਕਿ ਇਦਾਂ ਕਰੋ, ਜਾਂ ਘਰ ਦਾ ਮਾਹੌਲ ਜਿੱਦਾਂ ਦਾ ਸੀ ਉਸ ਪ੍ਰਕਾਰ ਕਿ ਇਦਾਂ ਕਰੋ ਜੀ, ਉਹ ਉਸੇ ਪਾਸੇ ਲੱਗ ਗਏ। ਪਰ ਜਦੋਂ ਸਿਧਾਂਤ ਆਉਂਦਾ ਹੈ, ਪੂਰਨ ਗੁਰੂ ਮਿਲਦਾ ਹੈ, ਸਿੱਧਾ ਰਸਤਾ ਮਿਲਦਾ ਹੈ, ਉਦੋਂ ਅਸਲ ਦੇ ਵਿੱਚ ਫਿਰ ਮਨੁੱਖ ਦੇ ਅੰਦਰ ਜੋ ਤਬਦੀਲੀਆਂ ਆਉਂਦੀਆਂ ਨੇ, ਲੋਕ ਵੀ ਫਿਰ ਹੈਰਾਨ ਹੁੰਦੇ ਨੇ, ਸਾਡੇ ਤੇ ਪਹਿਲਾਂ ਇਦਾਂ ਚੱਲਦਾ ਆ ਰਿਹਾ, ਤੁਸੀਂ ਨਵਾਂ ਹੀ ਚਲਾ ਦਿੱਤਾ। ਇਹ ਲੋਕ ਕਹਿੰਦੇ ਨੇ। ਤੇ ਗੁਰੂ ਨਾਨਕ ਸਾਹਿਬ ਜੀ ਨੂੰ ਕਿਹਾ ਹੈ ਲੋਕਾਂ ਨੇ, ਇੱਥੋਂ ਤੱਕ ਘਰਦਿਆਂ ਨੇ ਵੀ ਕਿਹਾ। ਜਨੇਊ ਪਾਉਣ ਦੀ ਛੋਟੀ ਮੋਟੀ ਰਸਮ ਨਹੀਂ ਹੈ, ਪਰ ਮਾਲਕ ਨੇ ਹੱਥ ਫੜ ਲਿਆ, ਮੈਂ ਨਹੀਂ ਪਾਉਂਦਾ ਜੀ, ਕੀ ਕਰੋਗੇ? ਮੇਰੇ ਪਾਉਣਾ ਹੈ, ਮੇਰੀ ਮਾਂ ਦੇ ਵੀ ਪਾਓ, ਮੇਰੀ ਭੈਣ ਦੇ ਵੀ ਪਾਓ, ਜੇ ਇਹਨਾਂ ਦੇ ਪਾ ਦੋਗੇ ਤੇ ਮੈਂ ਵੀ ਪਾ ਲਵਾਂਗਾ। ਬਾਕੀ ਇਹ ਜਿਹੜਾ ਜਨੇਊ ਹੈ, ਇਹ ਅਸਲ ਦੇ ਵਿੱਚ ਕਿੱਥੋਂ ਤੱਕ ਨਿਭੇਗਾ? ਉੱਥੇ ਫਿਰ ਉਪਦੇਸ਼ ਵੀ ਮਾਲਕ ਨੇ ਦਿੱਤੇ ਕਿ ਸੱਚਾ ਜਨੇਊ ਕਿਹੜਾ ਹੈ, ਜੇ ਤੁਸੀਂ ਪਾਉਣਾ ਚਾਹੁੰਦੇ ਹੋ। ਸੋ ਇਹੋ ਜਿਹੀਆਂ ਬੜੀਆਂ ਘਟਨਾਵਾਂ ਆਪਾਂ ਪਿੱਛੇ ਵਿਚਾਰ ਕੇ ਆਏ ਹਾਂ ਗੁਰੂ ਨਾਨਕ ਸਾਹਿਬ ਜੀ ਵੇਲੇ। ਹੁਣ ਇਹਨਾਂ ਨੇ ਦ੍ਰਿੜ ਨਿਸ਼ਚਾ ਜਿਹੜਾ ਆਪਣੇ ਅੰਦਰ ਕਰ ਲਿਆ। ਇਸ ਪ੍ਰਕਾਰ ਹੁਣ ਨਾ ਆਪਾਂ ਗੰਗਾ ਦੀ ਯਾਤਰਾ ਤੇ ਜਾਈ, ਕਿਉਂਕਿ ਮਾਹੌਲ ਸੀ, ਘਰ ਦੇ ਵੀ ਜਾਂਦੇ ਹੋਣਗੇ, ਪਿੰਡ ਦੇ ਜਾਂਦੇ ਹੋਣਗੇ ਕਿ ਚਲੋ ਗੰਗਾ ਤੇ ਚੱਲੀਏ ਆਪਾਂ, ਕਿਉਂਕਿ ਇਹ ਮਨੌਤ ਹੈ ਲੋਕਾਂ ਮੁਤਾਬਕ ਕਿ ਗੰਗਾ ਤੇ ਇਸ਼ਨਾਨ ਕੀਤਿਆਂ ਸਾਰੇ ਪਾਪ ਜਿਹੜੇ ਨੇ ਨਾ ਉਹ ਲਹਿ ਜਾਂਦੇ ਨੇ। ਤੇ ਮੈਂ ਸਪਸ਼ਟ ਕਰਦਿਆਂ ਨਬੀ ਬਾਣੀ ਦੇ ਵਿੱਚੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਸਾਡੇ ਵਾਸਤੇ ਵਾਹਿਗੁਰੂ ਦਾ ਨਾਮ ਹੀ ਗੰਗਾ ਜਲ ਹੈ। ਗੰਗਾ ਜਲ ਹਰ ਕੋ ਨਾਮ। ਬਾਬਾ ਕਬੀਰ ਜੀ ਕਹਿਣ ਲੱਗੇ, ਇੱਦਾਂ ਨਾ ਵਿਚਾਰ ਕਰੋ ਆਪਣੇ ਮਨ ਦੇ ਵਿੱਚ। ਚਲੋ ਜਿਹਦੀ ਸ਼ਰਧਾ ਹੈ ਅਸੀਂ ਉਹਦੀ ਸ਼ਰਧਾ ਨੂੰ ਠੇਸ ਨਹੀਂ ਪਹੁੰਚਾਵਾਂਗੇ, ਪਰ ਜੇ ਗੁਰੂ ਨਾਨਕ ਦਾ ਸਿਧਾਂਤ ਸੁਣਨ ਆਏ ਹੋ ਨਾ, ਉਹ ਇਹ ਹੈ, ਗੰਗਾ ਤੀਰ ਜੋ ਕਰ ਕਰੇ ਪੀਵੈ ਨਿਰਮਲ ਨੀਰ, ਬਿਨ ਹਰ ਭਗਤ ਨ ਮੁਕਤ ਹੋਏ, ਇਉਂ ਕਹਿ ਰਮੇ ਕਬੀਰ। ਤੂੰ ਇਸ਼ਨਾਨ ਦੀ ਗੱਲ ਕਰਦਾ ਜਾ ਕੇ ਕੰਢੇ ਤੇ ਘਰ ਪਾ ਲਾ। ਬਾਬਾ ਕਬੀਰ ਜੀ ਕਹਿੰਦੇ ਤੂੰ ਸਾਲ ਬਾਅਦ ਜਾਂਦਾ ਹੋਏਗਾ ਜਾਂ ਮਹੀਨੇ ਬਾਅਦ ਜਾਂਦਾ ਹੋਏਗਾ ਮੱਸਿਆ ਤੇ, ਜਾਂ ਕਿੱਦਾਂ ਵੀ, ਰੋਜ਼ ਭਾਵੇਂ ਉਹਦੇ ਵਿੱਚ ਇਸ਼ਨਾਨ ਕਰ, ਪਰ ਰੱਬੀ ਭਗਤੀ ਤੋਂ ਬਿਨਾਂ ਮੁਕਤੀ ਨਹੀਂ ਮਿਲਣੀ। ਇਹ ਗੱਲ ਤੂੰ ਜਿਹੜਾ ਹੈ ਵਿਚਾਰ ਕਰ ਲੈ। ਇਸ ਲਈ ਹੁਣ ਜਿਹੜਾ ਇਹਨਾਂ ਨੇ ਵਿਚਾਰ ਕੀਤੀ ਹੈ ਕਿ ਪਾਪਾਂ ਦਾ ਨਾਸ਼ ਹੁੰਦਾ ਹੈ ਤੇ ਆਪਾਂ ਗੰਗਾ ਤੇ ਇਸ਼ਨਾਨ ਕਰਨ ਚੱਲੀਏ। 6 ਮਹੀਨਿਆਂ ਦਾ ਪ੍ਰਣ ਕੀਤਾ ਹੈ। ਮਨ ਦੇ ਵਿੱਚ ਇਹ ਕਹਿ ਲਓ ਕਿ ਫੁਰਨਾ ਉੱਠਿਆ, 6 ਮਹੀਨੇ ਆਪਾਂ ਨਾ ਸਵਾਰੀ ਨਹੀਂ ਕਰਨੀ, ਪੈਦਲ ਚੱਲਣਾ। ਤੇ ਹੁਣ ਪੈਦਲ ਕਹਿ ਲਓ ਯਾਤਰਾ ਲਈ ਤੁਰ ਪਏ ਹਨ। ਏਦਾਂ ਫਿਰ ਗੰਗਾ ਦੇ ਪਾਣੀ ਦੇ ਵਿੱਚ ਕਹਿ ਲਓ ਬੜੇ ਖੁਸ਼ ਹੋ ਕੇ ਇਸ਼ਨਾਨ ਕਰਿਆ ਕਰਦੇ ਸਨ। ਕਾਮਨਾਹੀਨ ਹੋ ਕੇ ਕਹਿ ਲਓ, ਕੋਈ ਇੱਛਾ ਨਹੀਂ, ਗੰਗਾ ਦੇ ਕੰਢੇ ਬਹਿ ਕੇ ਪੂਜਾ ਵੀ ਕਰਿਆ ਕਰਦੇ ਸਨ। ਚੰਦਨ ਛਿੜਕਾਉਂਦੇ ਸਨ, ਫੁੱਲ ਅਰਪਣ ਕਰਦੇ ਸਨ। ਕਿ ਮੈਂ ਪਹਿਲਾਂ ਹੀ ਬੇਨਤੀ ਕਰ ਚੁੱਕਾ, ਲਾਈਵ ਵੀ ਚੱਲ ਰਿਹਾ, ਇਸ ਕਰਕੇ ਮੈਂ ਬਾਰ-ਬਾਰ ਬੇਨਤੀ ਕਰ ਰਿਹਾ ਕਿ ਇਹ ਨਾ ਸਮਝੋ ਕਿ ਹਾਂ ਇੱਥੇ ਕਰਮਕਾਂਡ ਪਰੋਸਿਆ ਜਾ ਰਿਹਾ ਹੈ, ਕਰਮਕਾਂਡ ਸੁਣਾਇਆ ਜਾ ਰਿਹਾ ਹੈ।
ਇਹ ਮੁੱਢਲਾ ਜੀਵਨ ਹੈ ਗੁਰੂ ਸਾਹਿਬ ਜੀ ਦਾ, ਜਦੋਂ ਗੁਰੂ ਨਹੀਂ ਬਣੇ, ਗੁਰੂ ਚਰਨਾਂ ਵਿੱਚ ਨਹੀਂ ਆਏ। ਸੋ ਇੱਦਾਂ ਜਿਹੜਾ ਹੈ ਉਹਨਾਂ ਦਾ ਕਹਿ ਲਓ ਕਿ ਕਰਮ ਇੱਕ ਰੂਟੀਨ ਦਾ ਬਣਿਆ ਹੈ। ਜਦੋਂ ਵੀ ਜਾਂਦੇ ਤੇ ਇੱਦਾਂ ਉੱਥੇ ਜਿਹੜਾ ਹੈ ਧਰਮ ਦਾ ਕਰਮ ਕਰਦੇ ਸਨ। ਇਸ ਪ੍ਰਕਾਰ ਧੂਪ ਧਕਾਉਂਦੇ, ਪਤਾਸੇ ਪਾਉਂਦੇ ਪਾਣੀ ਦੇ ਵਿੱਚ, ਤੇ ਇੱਦਾਂ ਦਾ ਕਰਮ ਕਰਿਆ ਕਰਦੇ ਸਨ। ਇਸ ਪ੍ਰਕਾਰ ਕੰਢੇ ਤੇ ਬਹਿ ਕੇ ਵਰਤ ਰੱਖਣੇ, ਨਿਰਆਹਾਰ ਰਹਿੰਦੇ ਸਨ ਕਿ ਭੋਜਨ ਨਹੀਂ ਖਾਣਾ, ਆਦਿਕ ਇਹ ਚੀਜ਼ਾਂ ਵੀ ਕਰਿਆ ਕਰਦੇ ਸਨ। ਇਸ ਪ੍ਰਕਾਰ ਹਿਰਦੇ ਵਿੱਚ ਪ੍ਰੇਮ ਧਾਰਨ ਕਰਕੇ ਜੈਕਾਰੇ ਵੀ ਛੱਡਦੇ ਸਨ। ਬਹੁਤ ਵਾਰ ਗੰਗਾ ਇਸ਼ਨਾਨ ਕਰਨ ਵਾਸਤੇ ਗਏ ਸਨ। ਫਿਰ ਅਸਲ ਦੇ ਵਿੱਚ ਸਾਰੇ ਵਿਕਾਰਾਂ ਨੂੰ ਕਹਿ ਲਓ ਕਿ ਦੂਰ ਕਰਿਆ ਕਰਦੇ ਸਨ। ਇਹ ਯਾਤਰਾ ਕਰਦੇ ਸਨ। ਪਰ ਇਹਨਾਂ ਦਾ ਜੀਵਨ ਐਸਾ ਸੀ ਗੁਰੂ ਸਾਹਿਬ ਜੀ ਦਾ, ਮੁੱਢ ਤੋਂ ਹੀ ਕਾਮ, ਕ੍ਰੋਧ, ਲੋਭ ਇਹਨਾਂ ਦੇ ਅੰਦਰ ਨਹੀਂ ਸਨ। ਸੁਚ ਸੰਜਮ ਦੇ ਨਾਲ ਜਿਹੜਾ ਹੈ ਅਸਲ ਦੇ ਵਿੱਚ ਵਿਚਰਦੇ ਸਨ। ਜਦ 6 ਮਹੀਨੇ ਬੀਤ ਜਾਂਦੇ ਤਦ ਜਾਂਦੇ ਸਨ। ਘਰ ਬੈਠ ਕੇ ਕਹਿ ਲੋ ਕਿ ਗੰਗਾ ਦੀ ਆਰਾਧਨਾ ਕਰਦੇ ਸਨ। ਹੁਣ ਜਿਹੜਾ ਹੈ 19ਵੀਂ ਵਾਰ ਕਹਿ ਲੋ ਕਿ ਗੰਗਾ ਦੇ ਪਾਸ ਗਏ ਨੇ। ਦੇ ਉਦੋਂ ਉਸ ਸਮੇਂ ਕਹਿ ਲੋ ਬਿਰਧ ਹੋ ਗਈ ਸੀ। ਯਾਤਰਾ ਕਰਕੇ ਕਹਿ ਲੋ ਕਿ ਚਲਦਿਆਂ ਸਿਮਰਨ ਕਰਨਾ, ਉੱਚੀ ਉੱਚੀ ਜੈਕਾਰੇ ਉਚਾਰਨ ਕਰਦੇ ਸਨ। ਪਰ ਜਦੋਂ 20ਵੀਂ ਵਾਰ ਗਏ ਨੇ ਨਾ, ਕਈ 19ਵੀਂ ਵਾਰ ਲਿਖਦੇ ਨੇ, ਕਈ 20ਵੀਂ ਵਾਰ ਲਿਖਦੇ ਨੇ। ਕਵੀ ਜੀ ਕਹਿੰਦੇ 20ਵੀਂ ਵਾਰ ਜਦੋਂ ਗਏ ਤੇ ਮੇਹੜਾ ਨਾਮੀ ਪਿੰਡ ਦੇ ਰਾਹ ਪੈ ਗਏ ਕਿ ਰਾਹ ਬੜੇ ਜਾਂਦੇ ਸਨ ਕਿ ਚਲੋ ਐਂ ਦੀ ਆਪਾਂ ਤੁਰ ਜਾਂਦੇ ਹਾਂ। ਮੇਹੜਾ ਨਾਮੀ ਇੱਕ ਪਿੰਡ ਹੈ, ਉਸ ਰਸਤੇ ਤੇ ਪੈ ਗਏ। ਉੱਥੇ ਜਿਹੜਾ ਹੈ ਇੱਕ ਮਸ਼ਹੂਰ ਕਹਿ ਲੋ ਬ੍ਰਾਹਮਣ ਰਹਿੰਦਾ ਹੁੰਦਾ ਸੀ, ਵਿਪਰ ਰਹਿੰਦਾ ਸੀ। ਬੰਬੀ ਗੋਦ ਦਾ ਉਹ ਸਰਸਵਤੀ ਕਹਿ ਲੋ ਬ੍ਰਾਹਮਣ ਸੀ। ਦੁਰਗਾ ਦਾਸ ਉਹਦਾ ਨਾਮ ਹੈ। ਤੇ ਜਿਹੜਾ ਵੀ ਯਾਤਰੀ ਆਉਂਦਾ ਸੀ ਨਾ, ਤੇ ਉਹਦੀ ਆਓ ਭਗਤ ਦੇ ਲਈ ਉਹ ਬੜਾ ਕਹਿ ਲੋ ਕਿ ਅੱਗੇ ਵੱਧ ਕੇ ਸੇਵਾ ਕਰਿਆ ਕਰਦਾ ਸੀ ਕਿ ਹਾਂ ਭਈ ਗੰਗਾ ਇਸ਼ਨਾਨ ਨੂੰ ਚੱਲੇ ਨੇ। ਤੇ ਆਏ ਗਏ ਯਾਤਰੂ ਵਾਸਤੇ ਜਿਹੜਾ ਹੈ ਉਹਨੇ ਯੋਗ ਪ੍ਰਬੰਧ ਕੀਤਾ ਹੋਇਆ ਸੀ। ਅਸਲ ਦੇ ਵਿੱਚ ਜਿਹੜੇ ਵੀ ਯਾਤਰੀ ਆਉਂਦੇ ਜਾਂਦੇ ਸਨ ਉੱਥੇ ਵਿਸ਼ਰਾਮ ਕਰਿਆ ਕਰਦੇ ਸਨ ਤੇ ਬਹੁਤ ਇਹ ਆਦਰ ਮਾਣ ਕਹਿ ਲੋ ਕਿ ਬਖਸ਼ਦਾ ਸੀ। ਗੁਰੂ ਅਮਰਦਾਸ ਸਾਹਿਬ ਜੀ ਉਸ ਸਮੇਂ ਜਿਹੜਾ ਹੈ ਅਸਲ ਦੇ ਵਿੱਚ ਸ਼੍ਰੀ ਅਮਰਦਾਸ ਸਾਹਿਬ ਜੀ ਦੇ ਰੂਪ ਅੰਦਰ ਉਸ ਪਿੰਡ ਦੇ ਵਿੱਚ ਉਸ ਦੁਰਗਾ ਦਾਸ ਦੇ ਘਰ ਗਏ ਨੇ। ਦੁਪਹਿਰ ਦਾ ਵੇਲਾ ਹੈ, ਸੂਰਜ ਦੀ ਤਪਸ਼ ਬੜੀ ਸੀ, ਰਸਤਾ ਬੜਾ ਤਪ ਰਿਹਾ ਸੀ। ਤੇ ਇਹ ਵਿਚਾਰ ਕਰਕੇ ਕਿ ਕੁਝ ਸਮਾਂ ਵਿਸ਼ਰਾਮ ਕੀਤਾ ਜਾਵੇ, ਦੁਰਗਾ ਦਾਸ ਦੇ ਘਰ ਚਲੇ ਗਏ। ਦੁਪਹਿਰਾ ਸੀ, ਦੁਪਹਿਰਾ ਕੱਟਣ ਵਾਸਤੇ ਦੁਰਗਾ ਦਾਸ ਬ੍ਰਾਹਮਣ ਦੇ ਘਰ ਟਿਕ ਗਏ। ਤੇ ਸਤਿਗੁਰੂ ਜੀ ਉਸ ਸਮੇਂ ਜਿਹੜਾ ਹੈ ਉੱਥੇ ਕਹਿ ਲੋ ਕਿ ਲੇਟ ਕੇ ਵਿਸ਼ਰਾਮ ਕਰਨ ਲੱਗੇ। ਇਹ ਦੁਰਗਾ ਦਾਸ ਇਹ ਕਹਿ ਲੋ ਕਿ ਇਹਨੇ ਜੋਤਿਸ਼ ਵਿਦਿਆ ਜਿਹੜੀ ਇਹਦੇ ਵਿੱਚ ਬੜਾ ਮਾਹਰ ਸੀ। ਸ਼ੁਭ ਅਸ਼ੁਭ ਦੀ ਵਿਚਾਰ ਦੱਸਣੀ ਆਦਿ ਕੇ ਵਿਦਿਆ ਜਿਹੜੀ ਹੈ ਇਹਨੇ ਪੜ੍ਹੀ ਹੋਈ ਸੀ। ਗੁਰੂ
ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਇੱਕ ਪਦਮ ਦਾ ਨਿਸ਼ਾਨ ਸੀ। ਇਹਨੇ ਵੇਖਿਆ ਤੇ ਬੜਾ ਹੈਰਾਨ ਹੋਇਆ ਕਿ ਇਹ ਤੇ ਕਿਸੇ ਕਿਸੇ ਦੇ ਹੁੰਦਾ ਹੈ, ਹਰ ਕਿਸੇ ਦੇ ਨਹੀਂ ਹੁੰਦਾ, ਕਿਸੇ ਕਿਸੇ ਦੇ। ਤੇ ਫਿਰ ਅੱਗੇ ਕੀ ਕਹਿੰਦਾ ਹੈ, ਜੋ ਗੱਲਬਾਤ ਜਿਹੜੀ ਹੋਏਗੀ ਉਸ ਤੋਂ ਬਾਅਦ ਫਿਰ ਹੋਰ ਇੱਕ ਸੰਨਿਆਸੀ ਮਿਲੇਗਾ ਜਿਹੜਾ ਇਹ ਕਹੇਗਾ ਤੇਰਾ ਗੁਰੂ ਕੌਣ ਹੈ, ਪਰ ਅੱਗੇ ਇਹ ਜਵਾਬ ਆਏਗਾ ਮੇਰਾ ਗੁਰੂ ਕੋਈ ਵੀ ਨਹੀਂ। ਫਿਰ ਜਦੋਂ ਇਹ ਸ਼ਬਦਾਵਲੀ ਵਰਤੀ ਜਾਏਗੀ ਤੂੰ ਨਿਗੁਰਾ ਹੈ, ਮੇਰਾ ਜਨਮ ਭ੍ਰਸ਼ਟ ਹੋ ਗਿਆ। ਇਸ ਪ੍ਰਕਾਰ ਫਿਰ ਮਨ ਦੇ ਵਿੱਚ ਕਿੰਨੀ ਗਹਿਰੀ ਸੱਟ ਲੱਗਦੀ ਹੈ। ਤੇ ਇਸ ਤੋਂ ਬਾਅਦ ਫਿਰ ਕਿੱਥੇ ਜਾਂਦੇ ਨੇ, ਕਿਸ ਪ੍ਰਕਾਰ ਗੁਰੂ ਅੰਗਦ ਦੇਵ ਮਹਾਰਾਜ ਜੀ ਨਾਲ ਮਿਲਦੇ ਨੇ, ਉਹ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਵਿਚਾਰ ਕਰਾਂਗੇ। ਅੱਜ ਸੇਵਾ ਹੈ, ਨਿਭਾ ਕੇ ਜਾਣੀ ਹੈ, ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ